ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪ ਸੁਆਮੀ ਮਾਨਸ ਕੀ ਗਤ ਇਹੀ। ਗਾਵੀਐ ਸੁਣੀਐ ਮਨ ਰਖੀਐ ਭਾਵ। ਉਠਤ ਬੈਠਤ ਸੋਵਤ ਧਿਆਈਐ। ਮਾਰਗ ਚਲਤ ਹਰੇ ਹਰ ਗਾਈਐ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਦੌਲਤੇ ਜਾਵੇਦ ਬਾਸ਼ਦ ਬੰਦਗੀ। ਬੰਦਗੀ ਕੁਨ ਬੰਦਗੀ। ਦੌਲਤੇ ਜਾਵੇਦ ਬਾਸ਼ਦ ਬੰਦਗੀ। ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਲਈ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦੇ ਵਾਸਤੇ ਹਰ ਰੋਜ਼ ਦੀ ਤਰ੍ਹਾਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋੜ ਮਿਲ ਬੈਠੇ ਹਾਂ। ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ। ਆਪਣੇ ਪਾਵਨ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਹਨ।
ਪਾਵਨ ਗੁਰਬਾਣੀ ਦੇ ਪਾਠ ਕਥਾ ਵਿਚਾਰਾਂ ਗੁਰੂ ਘਰ ਦੇ ਗੁਰਸਿੱਖਾਂ ਦੇ ਪਾਸੋਂ ਸ਼ਰਵਣ ਕੀਤੇ ਹਨ। ਹੁਣ ਜੋ ਪਾਵਨ ਵਿਚਾਰ ਦਾ ਸਮਾਂ ਹੋਇਆ ਹੈ, ਜਿਸ ਦੇ ਅੰਦਰ ਆਪਾਂ ਕੱਲ੍ਹ ਦੀ ਜੋ ਕਥਾ ਦੀ ਸਵੇਰ ਵੇਲੇ ਸਮਾਪਤੀ ਕੀਤੀ ਸੀ, ਉਸ ਦੇ ਅੰਦਰ ਆਪਾਂ ਇਹ ਗੱਲ ਕਰ ਰਹੇ ਸਾਂ ਕਿ ਜਿਹੜਾ ਨਾਮ ਹੈ ਉਹ ਆਪਾਂ ਕਿਵੇਂ ਜਪ ਸਕਦੇ ਹਾਂ। ਇੱਕ ਬਹਾਨੇ ਦਾ ਆਪਾਂ ਜ਼ਿਕਰ ਕੀਤਾ ਸੀ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ, ਤੇ ਦਾਸ ਨੇ ਬੇਨਤੀ ਕੀਤੀ ਸੀ ਕਿ ਆਪਾਂ ਕੱਲ੍ਹ ਦੀ ਅੱਜ ਦੀ ਜਿਹੜੀ ਸਵੇਰ ਹੈ, ਇਸ ਵੇਲੇ ਆਪਾਂ ਇਸ ਗੱਲ ਦਾ ਖੁਲਾਸਾ ਕਰਾਂਗੇ ਕਿ ਉਹ ਸਮਾਂ ਆਪਾਂ ਕਿਵੇਂ ਕੱਢ ਸਕਦੇ ਹਾਂ। ਉਸ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਗੁਰੂ ਸਾਹਿਬਾਨ ਤੋਂ ਆਗਿਆ ਲੈ ਲਈਏ ਤੇ ਆਪਣੀ ਹਾਜ਼ਰੀ ਲਵਾਈਏ। ਸਾਰੇ ਹੀ ਸੰਗਤ ਸੁਨਿਮਰ ਸਹਿਤ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਾਵਨ ਗੁਰਬਾਣੀ ਦੇ ਵਿੱਚੋਂ ਇੱਕ ਪੰਕਤੀ ਪੜ੍ਹੀ ਹੈ ਕਿ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਇਹ ਜਿਹੜੀ ਪਾਵਨ ਪੰਕਤੀ ਹੈ, ਜੇ ਆਪਾਂ ਇਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ ਤੇ ਆਪਾਂ ਇਹ ਚੀਜ਼ ਦੇਖਾਂਗੇ ਕਿ ਸਾਡੇ ਕੋਲ ਬਹੁਤ ਸਮਾਂ ਹੁੰਦਾ ਹੈ। ਉਹ ਸਮਾਂ ਹੁੰਦਾ ਕਿਵੇਂ ਹੈ? ਪਹਿਲਾ ਸ਼ਬਦ ਹੈ ਊਠਤ। ਉੱਠਣ ਦਾ ਆਪਾਂ ਅਰਥ ਸਾਰੇ ਜਾਣਦੇ ਹੀ ਹਾਂ ਕਿ ਜਦੋਂ ਆਪਾਂ ਸਵੇਰ ਵੇਲੇ ਆਪਣੇ ਸਮੇਂ ਦੇ ਮੁਤਾਬਕ ਉੱਠਦੇ ਹਾਂ, ਕੋਈ 3 ਵਜੇ ਉੱਠਦਾ ਹੈ, ਕੋਈ 4 ਵਜੇ, ਕੋਈ 5 ਵਜੇ, ਉਸ ਸਮੇਂ ਦੇ ਮੁਤਾਬਿਕ ਜਦੋਂ ਵੀ ਆਪਾਂ ਉੱਠਦੇ ਹਾਂ ਸਾਰ ਆਪਣੇ ਸਿਰਹਾਣੇ ਵੱਲ ਮੁੱਖ ਕਰਕੇ, ਜੇ ਕਿਸੇ ਦਾ ਸਰੀਰ ਤੰਦਰੁਸਤ ਨਹੀਂ ਤੇ ਉਹ ਲੰਮਾ ਪਿਆ ਹੋਇਆ ਨਹੀਂ, ਵਾਹਿਗੁਰੂ ਵਾਹਿਗੁਰੂ ਜਾਂ ਸਤਨਾਮ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਿਹੜਾ ਪਾਠ ਹੈ ਉਹ ਕਰਨਾ ਕਰ ਸਕਦਾ ਹੈ। ਕਿਉਂਕਿ ਆਪਾਂ ਜਿੰਨੇ ਮਰਜ਼ੀ ਕੰਮਾਂ ਕਾਰਾਂ ਵਾਲੇ ਹੋਈਏ, ਫਿਰ ਵੀ ਆਪਾਂ ਉੱਠਣ ਤੋਂ ਬਾਅਦ ਮੰਜੇ ਤੇ 5, 7, 10 ਮਿੰਟ ਲਾ ਹੀ ਦਿੰਦੇ ਹਾਂ। ਤੇ ਸਤਿਗੁਰੂ ਸਾਹਿਬਾਨ ਜੀ ਨੇ ਇਹ ਸਾਨੂੰ ਇੱਕ ਜੁਗਤੀ, ਇੱਕ ਢੰਗ, ਇੱਕ ਤਰੀਕਾ ਦੱਸਿਆ ਹੈ ਕਿ ਜਦੋਂ ਅਸੀਂ ਸਵੇਰ ਵੇਲੇ ਉੱਠਦਿਆਂ ਸਾਰ ਨਾਮ ਜਪਿਆ ਜਾ ਸਕਦਾ ਹੈ। ਦੂਸਰਾ ਜਿਹੜਾ ਸ਼ਬਦ ਹੈ ਊਠਤ ਬੈਠਤ। ਬੈਠਦੇ ਆਪਾਂ ਦਿਨ ਦੇ ਵਿੱਚ ਬਹੁਤ ਸਮਾਂ ਕਿਤੇ ਗੱਲਾਂ ਕਰਨ ਬੈਠਦੇ ਹਾਂ, ਜਾਂ ਫਿਰ ਆਪਾਂ ਜਦੋਂ ਪ੍ਰਸ਼ਾਦਾ ਛਕਣ ਬੈਠਦੇ ਹਾਂ, ਉਦੋਂ ਜਿਹੜੀਆਂ ਹੋਰ ਸੰਸਾਰੀ ਗੱਲਾਂ ਨੇ, ਹੋਰ ਜਿਹੜੀਆਂ ਸੰਸਾਰੀ ਵਿਚਾਰਾਂ ਨੇ, ਉਹਨਾਂ ਨੂੰ ਛੱਡ ਕੇ ਜਾਂ ਤਾਂ ਆਪਾਂ ਗੁਰਬਾਣੀ ਦੀ ਗੱਲ ਕਰੀਏ, ਜਾਂ ਕੋਈ ਪ੍ਰਚਾਰ ਦੀ ਗੱਲ ਕਰੀਏ। ਜੇ ਆਪਾਂ ਗੁਰਬਾਣੀ ਦੀ ਜਾਂ ਪ੍ਰਚਾਰ ਦੀ ਗੱਲ ਨਹੀਂ ਕਰ ਸਕਦੇ ਤਾਂ ਉਸ ਵੇਲੇ ਵੀ ਆਪਾਂ ਮਨ ਹੀ ਮਨ ਨਾਮ ਜਪ ਸਕਦੇ ਹਾਂ। ਪੁਰਾਣੇ ਬਜ਼ੁਰਗ ਮਾਤਾਵਾਂ, ਉਹਨਾਂ ਦਾ ਇਹ ਸੁਭਾਅ ਸੀ ਕਿ ਜਦੋਂ ਵੀ ਪ੍ਰਸ਼ਾਦਾ ਛਕਣ ਬੈਠਣਾ, ਸੁਤੇ ਸਿੱਧ ਹੀ ਵਾਹਿਗੁਰੂ ਸ਼ਬਦ ਬੋਲਦੇ ਸੀ। ਕਿਉਂਕਿ ਉਹਨਾਂ ਦੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਜਿਹੜੀਆਂ ਮਾਤਾਵਾਂ ਸਨ, ਉਹਨਾਂ ਨੇ ਇਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਦਿੱਤਾ ਸੀ। ਹੁਣ ਆਪਣੇ ਪੰਜਾਬੀਆਂ ਦੀ ਆਦਤ ਹੈ, ਨਾ ਤੇ ਆਪਾਂ ਨਹਾਉਣ ਵੇਲੇ ਸਿਰ ਢੱਕਦੇ ਹਾਂ,
ਨਾ ਆਪਾਂ ਖਾਣ ਪੀਣ ਵੇਲੇ ਸਿਰ ਢੱਕਦੇ ਹਾਂ ਤੇ ਨਾ ਹੀ ਕਿਤੇ ਜੇ ਬਾਹਰ ਜਾਂਦੇ ਹਾਂ ਤਾਂ ਵੀ ਨਹੀਂ ਸਿਰ ਢੱਕਦੇ। ਇਸ ਲਈ ਸਿਰ ਨੰਗਾ ਕਰਨਾ ਬਹੁਤ ਮਾੜਾ ਸਮਝਿਆ ਜਾਂਦਾ ਹੈ, ਖਾਸ ਕਰ ਪੰਜਾਬੀ ਕਲਚਰ ਦੇ ਵਿੱਚ। ਇਸ ਲਈ ਸਿਰ ਢੱਕਣਾ ਇੱਕ ਸਿਆਣਪ ਹੁੰਦੀ ਹੈ। ਤੇ ਇਹ ਸਾਰੇ ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਐਤਵਾਰ ਛੁੱਟੀ ਵਾਲਾ ਦਿਨ ਹੁੰਦਾ ਹੈ, ਉਸ ਵੇਲੇ ਜਿਹੜੇ ਬੱਚੇ ਨੇ ਉਹ ਕੇਸੀ ਇਸ਼ਨਾਨ ਕਰਕੇ, ਸਿਰ ਨਹਾ ਕੇ, ਸਾਈਕਲ ਫੜ ਕੇ ਤੇ ਗਲੀਆਂ ਦੇ ਵਿੱਚ ਨਾਲੇ ਵਾਲ ਕੇਸ ਖੁੱਲ੍ਹੇ ਹੁੰਦੇ ਆ ਤੇ ਨਾਲੇ ਸਾਈਕਲ ਚਲਾ ਰਹੇ ਹੁੰਦੇ ਆ, ਉਹ ਵੀ ਇੱਕ ਕੇਸਾਂ ਦੀ ਬੇਅਦਬੀ ਹੁੰਦੀ ਹੈ। ਇਸ ਲਈ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਨੂੰ ਸਮਝਣਾ ਚਾਹੀਦਾ ਹੈ। ਸੋ ਆਪਾਂ ਜਿਹੜੀ ਵਿਚਾਰ ਕਰ ਰਹੇ ਸਾਂ ਕਿ ਉਠਤ ਬੈਠਤ, ਜਦੋਂ ਪ੍ਰਸ਼ਾਦਾ ਪਾਣੀ ਛਕਣਾ ਹੋਵੇ ਉਸ ਵੇਲੇ ਵੀ ਬੈਠਿਆਂ ਬੈਠਿਆਂ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹਾਂ। ਕਈ ਗੁਰਸਿੱਖ ਪ੍ਰਚਾਰਕ ਇਹ ਵੀ ਗੱਲ ਆਖਦੇ ਨੇ ਕਿ ਜਿਹੜਾ ਇਹ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਇੱਕ ਤੋਤਾ ਰਟਨ ਹੈ, ਇਸ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਦੀਆਂ ਬਹੁਤ ਉਦਾਹਰਨਾਂ ਨੇ ਜੇ ਆਪਾਂ ਸਮਝਣਾ ਹੋਵੇ। ਆਪਾਂ ਦੇਖੋ ਹਰ ਰੋਜ਼ ਰੋਟੀ ਖਾਂਦੇ ਹਾਂ, ਹਰ ਰੋਜ਼ ਦਿਨ ਵਿੱਚ ਕਈ ਵਾਰ ਪਾਣੀ ਪੀਂਦੇ ਹਾਂ। ਜੇ ਕੋਈ ਆਪਾਂ ਨੂੰ ਆ ਕੇ ਇਹ ਗੱਲ ਆਖ ਦੇਵੇ ਕਿ ਤੁਸੀਂ ਕੱਲ੍ਹ ਤੇ ਹਜੇ ਪਾਣੀ ਪੀਤਾ, ਕੱਲ੍ਹ ਹਜੇ ਰੋਟੀ ਖਾਧੀ, ਅੱਜ ਕਿਉਂ ਖਾਂਦੇ ਹੋ? ਕਿਉਂਕਿ ਸਾਡੇ ਇੱਕ ਤਾਂ ਸਾਨੂੰ ਇਹ ਦਿਸਦਾ ਹੋਇਆ ਬਾਹਰੀ ਸਰੀਰ ਹੈ, ਇੱਕ ਉਹ ਸਰੀਰ ਹੈ ਜਿਹਨੂੰ ਵਿਦਵਾਨ ਸੂਖਸ਼ਮ ਸਰੀਰ ਆਖਦੇ ਨੇ, ਜਿਹਨੂੰ ਆਪਾਂ ਆਤਮਾ ਆਖਦੇ ਹਾਂ। ਉਹ ਜਿਹੜਾ ਸੂਖਸ਼ਮ ਸਰੀਰ ਹੈ, ਆਤਮਾ ਹੈ, ਉਸ ਦਾ ਵੀ ਕੋਈ ਭੋਜਨ ਹੈ। ਉਸ ਦਾ ਭੋਜਨ ਹੈ ਨਾਮ, ਉਸ ਦਾ ਭੋਜਨ ਹੈ ਗੁਰਬਾਣੀ ਪੜ੍ਹਨੀ। ਅੱਜ ਕੱਲ੍ਹ ਸ਼ਾਇਦ ਆਪ ਜੀ ਨੂੰ ਪਤਾ ਹੋਵੇਗਾ ਕਿ ਬਹੁਤ ਐਸੇ ਨਸ਼ਾ ਛਡਾਊ ਕੇਂਦਰ ਖੁੱਲ੍ਹੇ ਹੋਏ ਆ। ਇੱਕ ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੀ, ਉੱਥੇ ਦਾਸ ਵੀ ਇੱਕ ਵਾਰ ਗਿਆ ਸੀ। ਦਾਸ ਨੇ ਜਾ ਕੇ ਦੇਖਿਆ ਕਿ ਨਸ਼ਾ ਛਡਾਊ ਕੇਂਦਰ ਦੇ ਅੰਦਰ ਉਹ ਕਿਸੇ ਗੁਰਸਿੱਖਾਂ ਨੇ ਖੋਲ੍ਹਿਆ ਹੋਇਆ ਸੀ ਤੇ ਉਹਨਾਂ ਨੇ ਤਰੀਕਾ ਬੜਾ ਵਧੀਆ ਲੱਭਿਆ ਨਸ਼ਾ ਛਡਾਉਣ ਦਾ। ਉਹ ਤਰੀਕਾ ਕੀ ਸੀ ਕਿ ਉਹ ਅੱਠੇ ਪੈਰ ਨਾਮ ਹੀ ਜਪਾਈ ਜਾਂਦੇ। ਇੱਦਾਂ ਉਹਨਾਂ ਦੀ ਨਸ਼ੇ ਕਰਨ ਵਾਲਿਆਂ ਦੀ ਗੋਲ ਲਾਈਨ ਬਣਾ ਲੈਂਦੇ, ਨਾਲੇ ਤੁਰੀ ਜਾਓ ਤੇ ਨਾਲੇ ਸਤਿਨਾਮ ਵਾਹਿਗੁਰੂ ਦਾ ਜਾਪ ਕਰੀ ਜਾਣ। ਕਿਉਂਕਿ ਜੇ ਕੋਈ ਨਸ਼ਾ ਕਰਨਾ ਹੈ ਤੇ ਨਾਮ ਦਾ ਕਰੋ, ਕਿਉਂਕਿ ਜਿਹੜੀਆਂ ਸੰਸਾਰੀ ਜਿਹੜੇ ਨਸ਼ੇ ਨੇ ਇਹ ਤੇ ਆਪਾਂ ਸ਼ਾਮ ਨੂੰ ਕਰਦੇ ਹਾਂ, ਸਵੇਰੇ ਲੈ ਜਾਂਦੇ ਆ, ਪਰ ਇਹ ਜਿਹੜੀ ਨਾਮ ਦੀ ਖੁਮਾਰੀ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਸ ਲਈ ਆਪਾਂ ਜਦੋਂ ਬੈਠਦੇ ਹਾਂ ਉਸ ਵੇਲੇ ਨਾਮ ਜਪ ਸਕਦੇ ਹਾਂ। ਤੀਸਰਾ ਸ਼ਬਦ ਇਸ ਪੰਕਤੀ ਦੇ ਵਿੱਚ ਆਉਂਦਾ ਹੈ ਉਠਤ ਬੈਠਤ ਸੋਵਤ। ਜਦੋਂ ਆਪਾਂ ਸੌਣ ਲੱਗਦੇ ਹਾਂ ਰਾਤ ਨੂੰ, ਕੋਈ ਵੀ ਐਸਾ ਮਨੁੱਖ ਨਹੀਂ ਜਿਹਨੂੰ ਪੈਂਦਿਆਂ ਸਾਰ ਨੀਂਦ ਆ ਜਾਂਦੀ ਹੋਵੇ। ਕਿਸੇ ਨੂੰ ਨੀਂਦ ਆਉਣ ਲੱਗਿਆਂ 1 ਮਿੰਟ ਲੱਗਦਾ ਹੈ, ਕਿਸੇ ਨੂੰ 2 ਮਿੰਟ ਲੱਗਦੇ ਨੇ, ਕਿਸੇ ਨੂੰ 5, ਕਿਸੇ ਨੂੰ 10। ਜੇ ਸਰੀਰ ਢਿੱਲਾ ਮੱਠਾ ਹੋਵੇ ਤੇ ਅੱਧਾ ਘੰਟਾ ਵੀ ਲੱਗ ਜਾਂਦਾ ਹੈ। ਇਸ ਲਈ ਸਤਿਗੁਰਾਂ ਨੇ ਇਹ ਬੜੀ ਵਧੀਆ ਜੁਗਤੀ ਦੱਸੀ ਹੈ ਕਿ ਜੇ ਤੁਹਾਡੇ ਕੋਲ ਦਿਨ ਵੇਲੇ ਨਾਮ ਜਪਣ ਦਾ ਸਮਾਂ ਨਹੀਂ, ਤੁਸੀਂ ਆਖਦੇ ਹੋ ਕਿ ਸਾਡੇ ਕੋਲ ਸਿਰ ਖੁਰਕਣ ਦਾ ਵੀ ਸਮਾਂ ਹੈ ਨਹੀਂ। ਚਲੋ ਘਰ ਦੀਆਂ ਮਜਬੂਰੀਆਂ ਹੁੰਦੀਆਂ ਵੀ ਨੇ, ਪਰ ਫਿਰ ਵੀ ਆਪਾਂ ਇਸ ਜੁਗਤੀ ਦੇ ਨਾਲ ਨਾਮ ਜਪ ਸਕਦੇ ਹਾਂ ਕਿ ਸੌਣ ਲੱਗਿਆਂ
ਜੇ ਸਰੀਰ ਤੰਦਰੁਸਤ ਹੈ ਤੇ ਆਪਣੇ ਸਿਰਹਾਣੇ ਵੱਲ ਮੁੱਖ ਕਰਕੇ, ਜੇ ਕੁਝ ਢਿੱਲਾ ਮੱਠਾ ਹੈ ਤੇ ਲੰਮਿਆਂ ਪਿਆਂ ਹੋਇਆਂ ਵੀ ਆਪਾਂ ਨਾਮ ਜਪ ਸਕਦੇ ਹਾਂ। ਇਸ ਦੇ ਨਾਲ ਸਾਡੇ ਜਿਹੜੇ ਮਨ ਦੀ ਸ਼ਾਂਤੀ ਔਰ ਪਾਪਾਂ ਦੀ ਜਿਹੜੀ ਮੈਲ ਹੈ ਉਹ ਘਟਦੀ ਜਾਵੇਗੀ। ਘਰ ਦੇ ਅੰਦਰ ਜਿਹੜੇ ਕਲੇਸ਼ ਨੇ, ਘਰ ਦੇ ਅੰਦਰ ਜਿਹੜੀਆਂ ਦੁੱਖ ਤਕਲੀਫਾਂ ਨੇ, ਉਹ ਨਾਸ਼ ਹੋ ਜਾਣਗੀਆਂ। ਇੱਕ ਵਾਰ ਇਹ ਨਾਮ ਦੀ ਤਾਕਤ ਕੀ ਹੈ, ਨਾਮ ਸਾਡਾ ਜੀਵਨ ਕਿਵੇਂ ਸਵਾਰ ਦਿੰਦਾ ਹੈ। ਇੱਕ ਵਾਰ ਦੀ ਘਟਨਾ ਹੈ, ਭਾਈ ਵੀਰ ਸਿੰਘ ਜੀ ਦਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ। ਉਹਨਾਂ ਨੇ ਆਪਣੀ ਪੁਸਤਕ ਦੇ ਅੰਦਰ ਇੱਕ ਸਾਖੀ, ਇੱਕ ਬਚਨ ਲਿਖੇ ਨੇ ਕਿ ਜਿਹੜੇ ਇੱਕ ਪਾਕਿਸਤਾਨ ਦੇ ਅੰਦਰ ਮਹਾਂਪੁਰਖ ਹੋਏ ਨੇ, ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ। ਇਹ ਮਹਾਂਪੁਰਖ ਕਿਸੇ ਜਗ੍ਹਾ ਦੇ ਉੱਪਰ ਕਥਾ ਕਰਨ ਗਏ ਤੇ ਕਥਾ ਕਰਕੇ ਜਦੋਂ ਇਹ ਬਾਹਰ ਨੂੰ ਆਉਣ ਲੱਗੇ ਤੇ ਇਹਨਾਂ ਦੇ ਮਗਰ ਇੱਕ ਮੁਸਲਮਾਨ ਵੀਰ ਆ ਕੇ ਬਹੁਤ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗੀ ਜਾਣ, ਉਸ ਦੀ ਨਾਲ ਘਰ ਵਾਲੀ, ਦੋਵੇਂ ਜਾਣੇ ਰੋਈ ਜਾਣ। ਮਹਾਂਪੁਰਖਾਂ ਨੇ ਵੇਖਿਆ ਕਿ ਕੋਈ ਇਹ ਮੁਸਲਮਾਨ ਵੀਰ ਰੋ ਰਿਹਾ ਹੈ। ਉਸ ਮੁਸਲਮਾਨ ਦਾ ਨਾਮ ਅਬਦੁਲ ਕਰੀਮ ਸੀ ਤੇ ਉਸ ਵੀਰ ਨੇ ਮਹਾਂਪੁਰਖਾਂ ਨੂੰ ਆ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਮੈਂ ਆਪ ਜੀ ਦੀ ਕਥਾ ਸ਼ਰਵਣ ਕਰ ਰਿਹਾ ਸੀ। ਮੇਰਾ ਇੱਕ ਸਵਾਲ ਹੈ ਕਿ ਇਹ ਜਿਹੜੀ ਗੁਰਬਾਣੀ ਹੈ, ਇਸ ਦੇ ਅੰਦਰ ਕੋਈ ਇਸ ਪ੍ਰਕਾਰ ਦਾ ਵੀ ਕਲਾਮ ਹੈ, ਜਿਵੇਂ ਆਪਾਂ ਸ਼ਬਦ ਕਹਿ ਦਿੰਦੇ ਹਾਂ, ਮੁਸਲਮਾਨ ਇਸ ਸ਼ਬਦ ਨੂੰ ਹੀ ਕਲਾਮ ਕਹਿੰਦੇ ਆ। ਉਹ ਵੀਰ ਆਖਣ ਲੱਗਾ ਕਿ ਕੋਈ ਐਸਾ ਕਲਾਮ, ਕੋਈ ਐਸਾ ਸ਼ਬਦ ਵੀ ਇਸ ਗੁਰਬਾਣੀ ਵਿੱਚ ਹੈ ਜਿਹੜਾ ਮੇਰੀ ਗਵਾਚੀ ਹੋਈ ਇੱਜ਼ਤ ਔਰ ਜਿਹੜੀ ਮੇਰੀ ਗਵਾਚੀ ਹੋਈ ਧਨ ਦੌਲਤ ਉਸ ਨੂੰ ਵਾਪਸ ਮੁੜਾ ਦੇਵੇ। ਕਿਉਂਕਿ ਮੇਰਾ ਜਿੰਨਾ ਵੀ ਬਿਜ਼ਨਸ ਸੀ, ਮੇਰਾ ਕਾਰੋਬਾਰ ਸੀ, ਸਾਰਾ ਤਬਾਹ ਹੋ ਗਿਆ। ਕਿਸੇ ਨੇ ਮੇਰੇ ਨਾਲ ਧੋਖਾ ਕੀਤਾ, ਮੇਰੀ ਜਿੰਨੀ ਵੀ ਕਮਾਈ ਸੀ ਉਹ ਸਾਰੀ ਲੁੱਟੀ ਗਈ। ਤੇ ਮਹਾਂਪੁਰਖ ਆਖਣ ਲੱਗੇ ਕਿ ਹਾਂ, ਇਸ ਗੁਰਬਾਣੀ ਦੇ ਅੰਦਰ ਬਹੁਤ ਬਖਸ਼ਿਸ਼ਾਂ ਹਨ। ਇਹ ਜਿਹੜੀ ਗੁਰਬਾਣੀ ਹੈ, ਜਿੱਥੇ ਇਸ ਸੰਸਾਰ ਦੇ ਵਿੱਚੋਂ ਤਾਰਨ ਦਾ ਕੰਮ ਕਰਦੀ ਹੈ, ਉੱਥੇ ਨਾਲ ਨਾਲ ਜਿਹੜੀ ਸੰਸਾਰੀ ਵਡਿਆਈ ਹੈ, ਧਨ ਦੌਲਤ ਹੈ, ਉਹ ਵੀ ਦੇਣ ਵਾਲੀ ਹੈ। ਤੇ ਮਹਾਂਪੁਰਖਾਂ ਨੇ ਕੀ ਕੀਤਾ ਕਿ ਉਸ ਮੁਸਲਮਾਨ ਵੀਰ ਨੂੰ ਉਰਦੂ ਦੇ ਵਿੱਚ ਇੱਕ ਸ੍ਰੀ ਸੁਖਮਨੀ ਸਾਹਿਬ ਦੀ ਪੰਕਤੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹ ਜਿਹੜੀ ਪੰਕਤੀ ਲਿਖ ਕੇ ਦੇ ਦਿੱਤੀ ਤੇ ਨਾਲ ਆਖਿਆ ਕਿ ਇਹ ਜਿਹੜੀ ਪੰਕਤੀ ਹੈ, ਇਸ ਨੂੰ ਪੜ੍ਹੀ ਜਾਇਆ ਕਰੋ ਤੇ ਜਿੰਨੀ ਦੇਰ ਤੁਹਾਨੂੰ ਕੋਈ ਕੰਮਕਾਰ ਨਹੀਂ ਮਿਲਦਾ, ਮੈਂ ਇੱਥੇ ਇਸ ਜਗ੍ਹਾ ਮਹੀਨੇ ਦੇ ਲਈ ਕਥਾ ਕਰਨ ਆਇਆ ਹੋਇਆ ਵਾਂ, ਇੱਥੇ ਨਾਲ ਹੀ ਇੱਕ ਕਮਰਾ ਖਾਲੀ ਹੈ, ਤੁਸੀਂ ਵੀ ਦੋਵੇਂ ਜਾਣੇ ਉੱਥੇ ਓਨਾ ਸਮਾਂ ਰੁਕ ਜਾਓ ਤੇ ਨਾਲੇ ਜਿੰਨਾ ਸਮਾਂ ਹੋਵੇ ਸੇਵਾ ਦੇ ਵਿੱਚ ਲਾਇਆ ਕਰੋ। ਉਹਨਾਂ ਮੁਸਲਮਾਨ ਵੀਰ ਤੇ ਉਸ ਦੇ ਘਰ ਵਾਲੀ ਨੇ ਇਸ ਪ੍ਰਕਾਰ ਕੀਤਾ। ਉਹ ਪੰਕਤੀ ਯਾਦ ਕਰਕੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹ ਪੰਕਤੀ ਪੜ੍ਹੀ ਜਾਇਆ ਕਰਨ ਤੇ ਨਾਲ ਨਾਲ ਸੇਵਾ ਦੇ ਵਿੱਚ ਆਪਣਾ ਸਮਾਂ ਜਿਹੜਾ ਸਫਲਾ ਕਰਿਆ ਕਰਨ। ਕੁਝ ਦਿਨ ਬੀਤੇ, ਇੱਕ ਬੜੇ ਵੱਡੇ ਸ਼ਾਹੂਕਾਰ ਨੇ ਉਹਨਾਂ ਨੂੰ ਦੇਖਿਆ ਕਿ ਇਹ ਦੋਵੇਂ ਪਤੀ ਪਤਨੀ ਸਾਰਾ ਦਿਨ ਸੇਵਾ ਕਰਦੇ ਨੇ ਤੇ ਗੁਰਬਾਣੀ ਪੜ੍ਹਦੇ ਰਹਿੰਦੇ ਆ। ਉਸ ਸੇਠ ਨੇ, ਸ਼ਾਹੂਕਾਰ ਨੇ ਉਹਨਾਂ ਨਾਲ ਗੱਲ ਕੀਤੀ ਕਿ ਜਾਪਦਾ ਵੀ ਇਹ ਪੜ੍ਹਿਆ ਲਿਖਿਆ ਹੈ
ਤੇ ਉਸ ਨੂੰ ਆਖਿਆ ਕਿ ਮੇਰੀ ਬਹੁਤ ਜ਼ਮੀਨ ਹੈ, ਤੂੰ ਇੱਦਾਂ ਕਰ, ਮੇਰਾ ਜਿਹੜਾ ਕਾਰੋਬਾਰ ਹੈ, ਹਿਸਾਬ ਕਿਤਾਬ ਹੈ, ਉਹ ਸਾਂਭ ਲੈ, ਕਿਉਂਕਿ ਮੇਰੇ ਕੋਲ ਐਸਾ ਬੰਦਾ ਨਹੀਂ ਹੈ ਕਿ ਜਿਹੜਾ ਉਸ ਕਾਰੋਬਾਰ ਨੂੰ ਸਾਂਭ ਸਕੇ। ਮੈਨੂੰ ਇਉਂ ਲੱਗਦਾ ਹੈ ਕਿ ਤੇਰੇ ਵਿੱਚ ਇਹ ਗੁਣ ਹੈ, ਨਾਲੇ ਤੂੰ ਗੁਰਬਾਣੀ ਪੜ੍ਹਨ ਵਾਲਾ ਹੈ, ਤੇਰੇ ਉੱਪਰ ਵਿਸ਼ਵਾਸ ਕਰਨਾ ਬਹੁਤ ਸੌਖਾ ਹੈ, ਕਿਉਂਕਿ ਹਰ ਇੱਕ ਮਨੁੱਖ 'ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ। ਆਪਾਂ ਬਾਹਰੀ ਤੌਰ 'ਤੇ ਕਈ ਵਾਰ ਦੁਨੀਆ 'ਤੇ ਵਿਸ਼ਵਾਸ ਕਰ ਬੈਠਦੇ ਹਾਂ, ਪਰ ਅਸਲ ਦੇ ਅੰਦਰ ਜਿਹੜਾ ਜਿੱਦੀ ਮਨੁੱਖ ਹੁੰਦਾ ਓਨਾ ਹੀ ਉਹ ਝੂਠਾ ਵੀ ਹੁੰਦਾ। ਤੇ ਉਸ ਸ਼ਾਹੂਕਾਰ ਨੇ ਉਸ ਨੂੰ ਬੇਨਤੀ ਕਰਦਿਆਂ ਹੋਇਆਂ ਆਪਣੇ ਨਾਲ ਲੈ ਗਿਆ। ਮਹਾਂਪੁਰਖਾਂ ਨੂੰ ਨਮਸਕਾਰ ਕਰਕੇ ਦੋਵੇਂ ਪਤੀ ਪਤਨੀ ਚਲੇ ਗਏ। ਬਹੁਤ ਲੰਬੇ ਸਮੇਂ ਬਾਅਦ ਮਹਾਂਪੁਰਖ ਫਿਰ ਉਸ ਨਗਰ ਦੇ ਵਿੱਚ ਗਏ ਤੇ ਉਸ ਅਬਦੁਲ ਕਰੀਮ ਜਿਹੜਾ ਮੁਸਲਮਾਨ ਵੀਰ ਸੀ, ਉਸ ਨੂੰ ਪਤਾ ਲੱਗਾ ਕਿ ਮਹਾਂਪੁਰਖ ਆਏ ਹੋਏ ਨੇ, ਜਾ ਕੇ ਉਹਨਾਂ ਦਾ ਧੰਨਵਾਦ ਕਰੀਏ। ਜਾ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਮੈਨੂੰ ਪਹਿਚਾਣ ਲਿਆ। ਮਹਾਂਪੁਰਖਾਂ ਨੇ ਗੌਰ ਕਰਕੇ ਦੇਖਿਆ ਕਿ ਇਹ ਅਬਦੁਲ ਕਰੀਮ ਹੈ ਤੇ ਆਖਿਆ ਕਿ ਤੂੰ ਤੇ ਅਬਦੁਲ ਕਰੀਮ ਹੈ, ਕਿਉਂਕਿ ਉਸ ਵੇਲੇ ਉਹ ਵੀ ਬੜਾ ਵੱਡਾ ਇੱਕ ਸ਼ਾਹੂਕਾਰ ਬਣ ਚੁੱਕਿਆ ਸੀ। ਕਿਉਂਕਿ ਜਿਹੜੀ ਹਰ ਰੋਜ਼ ਕਮਾਈ ਕਰਨੀ, ਮਿਹਨਤ ਕਰਨੀ, ਉਹ ਕਦੇ ਨਾ ਕਦੇ ਫਲ ਜ਼ਰੂਰ ਲਿਆਉਂਦੀ ਹੈ। ਤੇ ਉਹਨਾਂ ਨੇ ਇੱਕ ਤੇ ਤਨ ਮਨ ਦੇ ਨਾਲ ਜਿਹੜੀ ਹੱਥੀਂ ਕਮਾਈ ਕੀਤੀ ਤੇ ਨਾਲ ਜਿਹੜਾ ਗੁਰਬਾਣੀ ਦਾ ਅਸਰ ਸੀ, ਗੁਰਬਾਣੀ ਪੜ੍ਹੀ ਦਾ ਜਿਹੜਾ ਫਲ ਸੀ, ਵਿਸ਼ਵਾਸ ਸ਼ਰਧਾ ਰੱਖਣ ਦਾ ਜਿਹੜਾ ਫਲ ਸੀ, ਉਹ ਵੀ ਪ੍ਰਾਪਤ ਹੋਣਾ ਸੀ। ਇੱਥੇ ਦਾਸ ਸੰਗਤ ਨੂੰ ਬੇਨਤੀ ਕਰਨਾ ਚਾਹੇਗਾ ਕਿ ਇੱਕ ਆਪਾਂ ਸ਼ਰਧਾ ਜਿਹੜੀ ਚੀਜ਼ ਹੈ, ਇਸ ਤੋਂ ਵੀ ਬੜੇ ਮੁਨਕਰ ਹੋਈ ਜਾ ਰਹੇ ਹਾਂ, ਕਿਉਂਕਿ ਦਾਸ ਵਾਰ-ਵਾਰ ਬੇਨਤੀ ਆਪ ਜੀ ਨੂੰ ਕਰਦਾ ਹੀ ਰਹਿੰਦਾ ਹੈ ਕਿ ਕੋਈ ਸਿੱਖ ਪ੍ਰਚਾਰਕ ਹੀ ਇੱਦਾਂ ਦੇ ਤੁਰੇ ਨੇ ਜਿਹੜੇ ਆਖਦੇ ਨੇ ਸ਼ਰਧਾ ਹੁੰਦੀ ਨਹੀਂ। ਉਹ ਸਾਇੰਸ ਨੂੰ ਮੰਨਦੇ ਨੇ ਕਿ ਸਾਇੰਸ ਜੋ ਚੀਜ਼ ਕਹਿੰਦੀ ਹੈ ਉਹੀ ਸੱਚ ਹੈ। ਪਰ ਦਾਸ ਆਪ ਜੀ ਨੂੰ ਬੇਨਤੀ ਕਰੇ ਕਿ ਜਿਹੜੀ ਸਾਇੰਸ ਹੈ ਉਹ ਵੀ ਬਹੁਤ ਵੱਡੀ ਚੀਜ਼ ਹੈ। ਚਲੋ ਵਿਗਿਆਨਿਕ ਖੋਜ ਕਰਦੇ ਨੇ ਤੇ ਖੋਜ ਕਰਕੇ ਸੰਸਾਰ ਦੇ ਅੱਗੇ ਰੱਖਦੇ ਨੇ ਕਿ ਸਾਇੰਸ ਇਹ ਗੱਲ ਕਹਿੰਦੀ ਹੈ, ਪਰ ਜਿਹੜੇ ਸਾਇੰਸ ਦੇ ਨਿਯਮ ਨੇ ਉਹ ਕਦੇ ਵੀ ਅਟੱਲ ਨਹੀਂ ਹੁੰਦੇ। ਕੋਈ ਇੱਕ ਵਿਗਿਆਨਿਕ ਨਿਯਮ ਬਣਾ ਕੇ ਜਾਂਦਾ, 10, 15, 20 ਸਾਲਾਂ ਬਾਅਦ ਕੋਈ ਹੋਰ ਵਿਗਿਆਨਿਕ ਬਣਦਾ, ਉਹ ਕਹਿੰਦਾ ਕਿ ਇੱਦਾਂ ਤੇ ਹੋ ਹੀ ਨਹੀਂ ਸਕਦਾ। ਇਸ ਲਈ ਜਿਹੜੇ ਵਿਗਿਆਨਿਕ ਜਿਹੜੀਆਂ ਖੋਜਾਂ ਨੇ ਉਹ ਕਿਸੇ ਸੀਮਾ ਦੇ ਵਿੱਚ ਨੇ, ਪਰ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ, ਵਾਹਿਗੁਰੂ ਦੇ ਜਿਹੜੇ ਗੁਣ ਨੇ ਉਹ ਅਸੀਮ ਨੇ, ਸੀਮਾ ਤੋਂ ਰਹਿਤ ਨੇ, ਉਹਨਾਂ ਦਾ ਕੋਈ ਹੱਦ ਬੰਨਾ ਨਹੀਂ। ਜਿਹੜਾ ਇੱਕ ਆਪਾਂ ਅਨਹਦ ਸ਼ਬਦ ਸੁਣਦੇ ਹਾਂ, ਅਨਹਦ ਦਾ ਅਰਥ ਹੀ ਇਹ ਹੈ ਜਿਹੜਾ ਹੱਦ ਤੋਂ ਪਰੇ ਹੋਵੇ। ਜਿਵੇਂ ਇਹ ਜਿਹੜਾ ਪਿੰਡ ਹੈ ਜਾਂ ਅਬੋਹਰ ਨਗਰ ਸ਼ਹਿਰ ਹੈ, ਉਹਦੀ ਕੋਈ ਨਾ ਕੋਈ ਹੱਦ ਬੰਨਾ ਹੋਵੇਗਾ ਕਿ ਇੱਥੋਂ ਤੱਕ ਇਹ ਸਾਡਾ ਪਿੰਡ ਹੈ, ਅੱਗੇ ਹੋਰ ਪਿੰਡ ਸ਼ੁਰੂ ਹੋ ਜਾਂਦਾ। ਪਰ ਜਿਹੜੇ ਪਰਮੇਸ਼ਰ ਦੇ ਗੁਣ ਨੇ ਉਹਨਾਂ ਦੀ ਕੋਈ ਸੀਮਾ ਹੀ ਹੈ ਨਹੀਂ। ਤੇ ਇਸ ਪ੍ਰਕਾਰ ਜਿਹੜੀ ਸ਼ਰਧਾ ਹੈ ਗੁਰੂ ਦੇ ਉੱਪਰ, ਵਾਹਿਗੁਰੂ ਦੇ ਉੱਪਰ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਹਾਂ, ਪਹਿਲਾਂ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਆਪਾਂ ਇੱਟਾਂ ਨੂੰ ਹੀ ਤੇਲ ਚੜ੍ਹਾ ਕੇ ਆਖੀਏ ਕਿ ਸਾਡੀ ਬਹੁਤ ਸ਼ਰਧਾ ਹੈ। ਜਿਵੇਂ ਆਪਾਂ ਇੱਧਰ ਜਾਂਦੇ ਹਾਂ ਜਦੋਂ ਨਗਰ ਤੋਂ ਬਾਹਰ ਨੂੰ, ਤੇ ਕਈ ਦਰਖਤਾਂ ਨੂੰ ਹੀ ਕੱਪੜੇ ਬੰਨੇ ਹੋਏ ਆ, ਦਰਖਤਾਂ ਨੂੰ ਹੀ
ਜਿਹੜੀਆਂ ਮੌਲੀਆਂ ਹੁੰਦੀਆਂ ਨੇ ਉਹ ਲਪੇਟੀਆਂ ਹੋਈਆਂ ਨੇ, ਉਹਦਾ ਨਾਮ ਸ਼ਰਧਾ ਨਹੀਂ, ਉਹਨੂੰ ਅੰਧ ਵਿਸ਼ਵਾਸ ਆਖਿਆ ਜਾਂਦਾ। ਕਿਉਂਕਿ ਜਿਹੜੇ ਦਰਖਤ ਨੇ ਉਹ ਸਾਨੂੰ ਛਾਂ ਦਿੰਦੇ ਨੇ। ਪੁਰਾਣੇ ਸਮੇਂ ਦੇ ਅੰਦਰ ਇਹ ਰਵਾਇਤ ਸੀ ਕਿ ਜਿਹੜੇ ਸਿਆਣੇ ਪਿੰਡ ਦੇ ਬਜ਼ੁਰਗ ਹੁੰਦੇ ਸੀ ਉਹ ਇਕੱਠੇ ਹੋ ਕੇ ਸਲਾਹ ਕਰਦੇ ਸੀ ਕਿ ਆਪਾਂ ਦਰਖਤਾਂ ਦੀ ਰਾਖੀ ਕਰਨੀ ਹੈ। ਅਤੇ ਉਹਨਾਂ ਦਰਖਤਾਂ, ਜਿਵੇਂ ਅੱਜ ਦੇ ਸਮੇਂ ਦੇ ਅੰਦਰ ਤਾਂ ਬੋਹੜ ਪਿੱਪਲ ਖਤਮ ਹੋ ਗਏ ਨੇ, ਹੁਣ ਇੱਕ ਜਿਹੜਾ ਬੋਹੜ ਹੈ ਉਹਨੂੰ ਹੋਣ ਲੱਗਿਆਂ 10-20 ਸਾਲ ਲੱਗ ਜਾਂਦੇ ਆ, ਅਤੇ ਉਹਨੂੰ ਵੱਢਣ ਲੱਗਿਆਂ 2 ਦਿਨ ਵੀ ਨਹੀਂ ਲੱਗਦੇ। ਅਤੇ ਪੁਰਾਣੇ ਬਜ਼ੁਰਗ ਕੀ ਕਰਦੇ ਸੀ, ਕੋਈ ਨਿਸ਼ਾਨੀ ਲਾ ਦਿੰਦੇ ਸੀ ਕਿ ਇਹ ਜਿਹੜਾ ਦਰਖਤ ਹੈ ਇਸ ਨੂੰ ਕੋਈ ਵੀ ਕੱਟਣ ਦੀ ਵੱਢਣ ਦੀ ਗਲਤੀ ਨਾ ਕਰੇ। ਇਹ ਸਾਰੇ ਨਗਰ ਨੇ, ਸਾਰੇ ਪਿੰਡ ਨੇ ਇਸ ਦਰਖਤ ਨੂੰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਅਤੇ ਅੱਜ ਦੇ ਸਮੇਂ ਦੇ ਅੰਦਰ ਆਪਾਂ ਉਹ ਰੱਸੀਆਂ ਬੰਨ੍ਹ ਕੇ ਦਰਖਤ ਦਾ ਹੀ ਨਾਸ਼ ਮਾਰ ਦਿੰਦੇ ਹਾਂ। ਇਸ ਲਈ ਇਹ ਵੀ ਸਾਨੂੰ ਨਾਲ ਗਿਆਨ ਲੈਣਾ ਚਾਹੀਦਾ ਹੈ। ਅਤੇ ਇਸ ਪ੍ਰਕਾਰ ਉਹ ਜਿਹੜਾ ਮਨੁੱਖ ਅਬਦੁਲ ਕਰੀਮ ਜਦੋਂ ਮਹਾਂਪੁਰਖਾਂ ਨੂੰ ਮਿਲਿਆ ਅਤੇ ਮਹਾਂਪੁਰਖਾਂ ਨੇ ਸੁੱਖ ਸਾਂਦ ਪੁੱਛੀ, ਅਤੇ ਅਬਦੁਲ ਕਰੀਮ ਆਖਣ ਲੱਗਾ ਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਜਿਹੜੀ ਪੰਕਤੀ ਤੁਸੀਂ ਲਿਖ ਕੇ ਦਿੱਤੀ ਸੀ, ਉਸ ਦੇ ਨਾਲ ਮੇਰੇ ਘਰ ਦੇ ਅੰਦਰੋਂ ਜਿਹੜੀ ਗਰੀਬੀ ਹੈ ਉਹ ਖਤਮ ਹੋ ਗਈ। ਮੈਂ ਵੀ ਅੱਜ ਸ਼ਾਹੂਕਾਰ ਹਾਂ, ਆ ਬਾਹਰ ਵੇਖੋ, ਮੈਂ ਵੀ ਅੱਜ ਹਾਥੀ ਘੋੜਿਆਂ 'ਤੇ ਤੁਹਾਨੂੰ ਮਿਲਣ ਆਇਆ ਵਾਂ। ਅਤੇ ਨਾਲ ਹੀ ਬੇਨਤੀ ਕੀਤੀ ਕਿ ਮਹਾਂਪੁਰਖੋ ਇੱਕ ਮੇਰੇ ਉੱਪਰ ਹੋਰ ਕਿਰਪਾ ਕਰੋ, ਜਿੱਥੇ ਤੁਸੀਂ ਮੈਨੂੰ ਇਹ ਸੰਸਾਰੀ ਮੇਰੀਆਂ ਜ਼ਰੂਰਤਾਂ ਨੂੰ, ਲੋੜਾਂ ਨੂੰ ਪੂਰਾ ਕੀਤਾ ਹੈ, ਉੱਥੇ ਹੀ ਜਿਹੜੀ ਮੇਰੀ ਮਨ ਦੀ ਸ਼ਾਂਤੀ ਹੈ, ਕਿਉਂਕਿ ਮੈਂ ਧਨ ਦੌਲਤ ਤਾਂ ਬਹੁਤ ਇਕੱਠੀ ਕਰ ਲਈ ਹੈ, ਪਰ ਮੈਂ ਚਾਹੁੰਦਾ ਕਿ ਮੇਰੇ ਮਨ ਨੂੰ ਸ਼ਾਂਤੀ ਵੀ ਆਵੇ। ਕੋਈ ਐਸਾ ਕਲਾਮ ਦੇਵੋ, ਕੋਈ ਐਸਾ ਸ਼ਬਦ ਲਿਖ ਕੇ ਦੇਵੋ ਜਿਸ ਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ। ਅਤੇ ਮਹਾਂਪੁਰਖ ਆਖਣ ਲੱਗੇ ਕਿ ਇਸ ਤੋਂ ਅਗਲੀ ਜਿਹੜੀ ਤੁਕ ਹੈ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਉਹ ਪੰਕਤੀ ਲਿਖ ਕੇ ਦੇ ਦਿੱਤੀ ਕਿ ਹੁਣ ਇਹ ਜਿਹੜੀ ਪੰਕਤੀ ਹੈ ਕਿ ਪ੍ਰਭ ਕੈ ਸਿਮਰਨ ਗਿਆਨ ਧਿਆਨ, ਗਿਆਨ ਜਿਹੜਾ ਆਤਮਿਕ ਗਿਆਨ, ਜਿਹੜਾ ਧਿਆਨ ਬਿਰਤੀ ਜੁੜਨੀ, ਅਤੇ ਤਤ ਬੁੱਧ, ਤਤ ਬੁੱਧ ਉਸ ਨੂੰ ਆਖਿਆ ਜਾਂਦਾ ਹੈ ਜਿਹੜੀ ਨਿਰਣੈਕਾਰ ਬੁੱਧੀ ਹੋਵੇ, ਜਿਹੜੀ ਚੰਗੇ ਔਰ ਮਾੜੀ ਚੀਜ਼ ਦੀ ਪਹਿਚਾਣ ਕਰ ਸਕੇ, ਜਿਹੜੀ ਬੁੱਧੀ ਇਹ ਨਿਰਣਾ ਕਰ ਸਕੇ ਕਿ ਕਿਹੜਾ ਕੰਮ ਮੇਰੇ ਜੀਵਨ ਦੇ ਲਈ ਚੰਗਾ ਹੈ ਔਰ ਕਿਹੜਾ ਕੰਮ ਮੇਰੇ ਜੀਵਨ ਦੇ ਲਈ ਮਾੜਾ ਹੈ। ਇਹ ਪੰਕਤੀ ਮਹਾਂਪੁਰਖਾਂ ਨੇ ਲਿਖ ਕੇ ਦੇ ਦਿੱਤੀ ਅਤੇ ਆਖਿਆ ਕਿ ਇਸ ਦੇ ਨਾਲ ਤੈਨੂੰ ਜਿਹੜਾ ਆਤਮਿਕ ਗਿਆਨ ਔਰ ਇਸ ਸੰਸਾਰ ਤੋਂ ਛੁਟਕਾਰਾ ਤੇਰਾ ਹੋ ਜਾਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜਾ ਨਾਮ ਹੈ ਇਸ ਦੇ ਅੰਦਰ ਇੰਨੀਆਂ ਕੁ ਬਰਕਤਾਂ ਹਨ ਕਿ ਆਪਾਂ ਕਈ ਵਾਰ ਹੈਰਾਨ ਹੋ ਜਾਂਦੇ ਹਾਂ। ਸ਼੍ਰੀ ਸਰਬਲੋਕ ਗ੍ਰੰਥ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬਚਨ ਆਖੇ ਆ, ਉੱਥੇ ਵਿਚਾਰ ਚੱਲਦੀ ਹੈ ਕਿ ਪਰਮੇਸ਼ਰ ਵੱਡਾ ਹੈ ਜਾਂ ਨਾਮ, ਦੋਵਾਂ ਦਾ ਕੰਪੀਟੀਸ਼ਨ ਹੁੰਦਾ ਹੈ ਕਿ ਵਾਹਿਗੁਰੂ ਵੱਡਾ ਹੈ ਜਾਂ ਵਾਹਿਗੁਰੂ ਦਾ ਨਾਮ। ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਹੈ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪਰਮੇਸ਼ਰ ਦੇ ਨਾਲੋਂ ਵੀ ਵੱਡਾ ਹੈ। ਆਪਾਂ ਸੰਸਾਰੀ ਉਦਾਹਰਨ ਲੈ ਲਈਏ, ਜਿਵੇਂ ਆਪਾਂ ਕਿਸੇ ਮਨੁੱਖ ਨੂੰ ਜੇ ਮਿਲਣਾ ਹੋਵੇ ਅਤੇ ਆਪਾਂ ਸਭ ਤੋਂ ਪਹਿਲਾਂ ਉਸ ਦਾ ਨਾਮ ਪੁੱਛਦੇ ਹਾਂ ਕਿ ਫਲਾਣੇ ਬੰਦੇ ਦਾ ਨਾਮ ਕੀ ਹੈ। ਜੇ ਆਪਾਂ ਕਿਸੇ ਨਗਰ ਦੇ ਵਿੱਚ ਜਾ ਕੇ ਆਖੀਏ ਕਿ ਅਸੀਂ ਕਿਸੇ ਮਨੁੱਖ ਨੂੰ ਮਿਲਣਾ ਹੈ
ਤੇ ਉਹ ਸਭ ਤੋਂ ਪਹਿਲਾਂ ਆਪਾਂ ਨੂੰ ਆਖੇਗਾ ਕਿ ਉਹਦਾ ਨਾਮ ਕੀ ਹੈ, ਉਹਦੇ ਪਿਤਾ ਦਾ ਨਾਮ ਕੀ, ਉਹਦੇ ਦਾਦੇ ਦਾ ਨਾਮ ਕੀ ਹੈ। ਤੇ ਜੇ ਆਪਾਂ ਆਖੀਏ ਕਿ ਸਾਨੂੰ ਨਾਮ ਤੇ ਪਤਾ ਨਹੀਂ, ਉਹ ਆਖੇਗਾ ਫਿਰ ਇੱਦਾਂ ਨਹੀਂ ਪਹਿਚਾਣ ਆ ਸਕਦੀ। ਇਸ ਲਈ ਜਿਹੜਾ ਨਾਮ ਹੁੰਦਾ ਉਹ ਮਨੁੱਖ ਦੇ ਨਾਲੋਂ ਵੀ ਵੱਡਾ ਹੁੰਦਾ, ਕਿਉਂਕਿ ਨਾਮ ਕਰਕੇ ਮਨੁੱਖ ਦੀ ਪਹਿਚਾਣ ਆਉਂਦੀ ਹੈ। ਉਸੇ ਪ੍ਰਕਾਰ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਇਸ ਦੇ ਅੰਦਰ ਬੜੀਆਂ ਬਖਸ਼ਿਸ਼ਾਂ ਨੇ। ਤੇ ਸਤਿਗੁਰੂ ਸਾਹਿਬਾਨ ਜੀ ਨੇ ਜਿਹੜੀ ਆਪਾਂ ਨੂੰ ਜੁਗਤੀ ਬਖਸ਼ਿਸ਼ ਕੀਤੀ ਹੈ, ਉਠਤ ਬੈਠਤ ਸੋਵਤ, ਸੌਣ ਲੱਗਿਆਂ ਰਾਤ ਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੀਏ। ਧਿਆਈਏ ਸ਼ਬਦ ਅੱਗੇ ਸਤਿਗੁਰਾਂ ਨੇ ਲਿਖਿਆ ਹੈ। ਧਿਆਉਣ ਦਾ ਅਰਥ ਹੀ ਇਹ ਹੁੰਦਾ ਹੈ ਕਿ ਇੱਕ ਚੀਜ਼ ਨੂੰ ਵਾਰ-ਵਾਰ ਜਪਣਾ, ਕਿਉਂਕਿ ਕੋਈ ਨਾ ਕੋਈ ਤੁਹਾਨੂੰ ਆ ਕੇ ਇਹ ਗੱਲ ਆਖੇਗਾ ਕਿ ਨਾਮ ਜਪਣ ਦੇ ਨਾਲ ਕੀ ਹੋ ਜਾਂਦਾ ਹੈ। ਕੋਈ ਤੁਹਾਨੂੰ ਆਖੇਗਾ ਕਿ ਗੁਰਬਾਣੀ ਪੜ੍ਹਨ ਦੇ ਨਾਲ ਕੀ ਹੋ ਜਾਂਦਾ ਹੈ। ਤੁਸੀਂ ਇਹ ਗੱਲ ਆਖੋ, ਹੋਵੇ ਭਾਵੇਂ ਨਾ ਹੋਵੇ, ਸਾਡੇ ਗੁਰੂ ਦਾ ਹੁਕਮ ਹੈ। ਕਿਉਂਕਿ ਇਹ ਕਿਹੜਾ ਕੋਈ ਬਿਜ਼ਨਸ ਕਰ ਰਹੇ ਆਪਾਂ, ਇਹ ਕਿਹੜਾ ਕੋਈ ਆਪਾਂ ਕੋਈ ਬਹੁਤ ਵੱਡਾ ਆਪਾਂ ਕੁਝ ਪ੍ਰਾਪਤ ਕਰਨਾ ਹੈ। ਕਿਉਂਕਿ ਇਹ ਗੱਲਾਂ ਤਾਂ ਉੱਥੇ ਆਖੀਆਂ ਜਾਂਦੀਆਂ ਨੇ ਜਿੱਥੇ ਆਪਾਂ ਵਪਾਰ ਕਰਨਾ ਹੋਵੇ, ਕਿ ਅਸੀਂ ਅੱਜ ਤੁਹਾਡੇ ਕੰਮ ਆਏ ਹਾਂ, ਕੱਲ੍ਹ ਨੂੰ ਤੁਸੀਂ ਸਾਡੇ ਕੰਮ ਆਇਓ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਵੰਗਾਰ ਭਰਨੀ ਆਖਦੇ ਹਾਂ। ਪਰਮੇਸ਼ਰ ਸਾਨੂੰ ਫਲ ਦੇਵੇ ਜਾਂ ਨਾ ਦੇਵੇ, ਆਪਣਾ ਕੰਮ ਹੈ ਮਿਹਨਤ ਕਰਨੀ। ਪਰ ਪਰਮੇਸ਼ਰ ਕਿਸੇ ਦਾ ਕੀਤਾ ਹੋਇਆ ਅਜਾਈਂ ਗਵਾਉਂਦਾ ਵੀ ਨਹੀਂ। ਹਾਂ, ਆਪਾਂ ਮਨੁੱਖ ਕਿਸੇ ਦਾ ਗੁਣ ਕਈ ਵਾਰ ਜ਼ਰੂਰ ਭੁੱਲ ਜਾਂਦੇ ਹਾਂ, ਪਰ ਪਰਮੇਸ਼ਰ ਵਾਹਿਗੁਰੂ ਜੀ ਐਸੇ ਨੇ, ਜੇ ਆਪਾਂ ਰੰਚਕ ਮਾਤਰ ਵੀ ਨਾਮ ਜਪਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਤੇ ਉਹ ਕਿਸੇ ਦੀ ਜਿਹੜੀ ਘਾਲ ਹੈ ਉਹ ਅਜਾਈਂ ਨਹੀਂ ਗਵਾਉਂਦੇ। ਤੇ ਅਗਲੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਬਚਨ ਲਿਖੇ ਨੇ, ਮਾਰਗ ਚਲਤ ਹਰੇ ਹਰਿ ਗਾਈਐ, ਕਿ ਜਦੋਂ ਰਸਤੇ ਦੇ ਵਿੱਚ ਚੱਲਣਾ ਹੋਵੇ, ਉਸ ਵੇਲੇ ਵੀ ਆਪਾਂ ਪੈਰਾਂ ਦੀ ਚਾਲ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ ਸਕਦੇ ਹਾਂ। ਜਿਵੇਂ ਕੱਲ੍ਹ ਸ਼ਾਮ ਵੇਲੇ ਵੀ ਗੁਰਸਿੱਖਾਂ ਨੇ ਵਿਚਾਰ ਕਰਕੇ ਜੋ ਸਿਮਰਨ ਸਮਾਗਮ ਹੈ ਉਸ ਦੀ ਪ੍ਰਾਰੰਭਤਾ ਕੀਤੀ ਹੈ। ਉਸ ਦੇ ਨਾਲ ਗਾਹੇ ਅਵਗਾਹੇ ਸਾਡੇ ਬੱਚਿਆਂ ਦਾ, ਕਿੰਨੇ ਬੱਚੇ ਸ਼ਾਮ ਨੂੰ ਮਾਤਾਵਾਂ ਭੈਣਾਂ ਦਰਬਾਰ ਸਾਹਿਬ ਵਿੱਚ ਆਏ ਤੇ ਆ ਕੇ ਵਾਹਿਗੁਰੂ ਦਾ ਜਾਪ ਕੀਤਾ। ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਜਿਹੜਾ ਭਲਾ ਹੈ ਉਹ ਕਿਹੜੇ ਦਿਨ ਕਿਹੜੇ ਮੁਖ ਦੇ ਦੁਆਰਾ ਹੋ ਜਾਣਾ ਹੈ। ਇਸ ਲਈ ਜਦੋਂ ਵੀ ਸਮਾਂ ਲੱਗਦਾ ਹੈ, ਘਰਾਂ ਦੇ ਵਿੱਚ ਬੈਠ ਕੇ ਨਾਮ ਜਪੀਏ, ਜਿੰਨਾ ਹੋ ਸਕੇ ਗੁਰੂ ਘਰ ਆ ਕੇ ਸ਼ਰਧਾ ਦੇ ਨਾਲ ਸੇਵਾ ਕਰੀਏ। ਕਿਉਂਕਿ ਕੋਈ ਵੀ ਕੰਮ ਕਰਨਾ ਹੈ ਉਸ ਦੇ ਵਿੱਚ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ। ਕਈ ਵਾਰ ਸੇਵਾ ਕਰਦਿਆਂ ਕਰਦਿਆਂ ਹੰਕਾਰ ਆ ਜਾਂਦਾ ਹੈ, ਕਿਉਂਕਿ ਹੰਕਾਰ ਚੀਜ਼ ਹੀ ਐਸੀ ਹੈ। ਇਹ ਹੰਕਾਰ ਗੁਰਬਾਣੀ ਪੜ੍ਹਦਿਆਂ ਹੋਇਆਂ ਵੀ ਆ ਜਾਂਦਾ ਹੈ ਕਿ ਮੇਰੇ ਵਰਗਾ ਕਿਹੜਾ ਹੈ ਗੁਰਬਾਣੀ ਪੜ੍ਹਨ ਵਾਲਾ। ਇਹ ਜਿਹੜਾ ਹੰਕਾਰ ਹੈ ਇਹ ਕਥਾ ਕਰਦਿਆਂ ਹੋਇਆਂ ਵੀ ਆ ਜਾਂਦਾ ਹੈ ਕਿ ਮੇਰੇ ਵਰਗਾ ਕਥਾ ਕਰਨ ਵਾਲਾ ਕਿਹੜਾ ਹੈ। ਇਹ ਜਿਹੜਾ ਹੰਕਾਰ ਹੈ ਇਹ ਸੇਵਾ ਕਰਦਿਆਂ ਹੋਇਆਂ ਵੀ ਆ ਜਾਂਦਾ ਹੈ ਕਿ ਮੈਂ ਤੇ ਹਰ ਰੋਜ਼ 3 ਵਜੇ ਆ ਕੇ ਸੇਵਾ ਕਰਦਾ, ਹੋਰ ਕੋਈ ਆਉਂਦਾ ਵੀ ਨਹੀਂ। ਇਸ ਲਈ ਉਸ ਸੇਵਾ ਦਾ ਹੰਕਾਰ ਵੀ ਨਹੀਂ ਕਰਨਾ। ਸਤਿਗੁਰਾਂ ਨੂੰ ਸਗੋਂ ਸ਼ੁਕਰਾਨਾ ਕਰਨਾ ਕਿ ਮਹਾਰਾਜ ਜੀਓ ਆਪ ਜੀ ਨੇ ਬਖਸ਼ਿਸ਼ ਕਰਕੇ ਸੇਵਾ ਕਰਵਾ ਲਈ ਹੈ, ਆਪ ਜੀ ਨੇ ਮਿਹਰ ਕਰਕੇ ਮੈਨੂੰ ਗੁਰਬਾਣੀ ਪੜ੍ਹਾ ਲਈ ਹੈ, ਆਪ ਜੀ ਨੇ ਤਰਸ ਕਰਕੇ ਮੇਰੇ ਕੋਲੋਂ ਸਿਮਰਨ ਕਰਵਾ ਲਿਆ ਹੈ। ਇਸ ਲਈ ਹਰ ਇੱਕ ਕੰਮ ਕਰਨ ਦੇ ਵਿੱਚ ਸ਼ਰਧਾ ਹੋਣੀ ਬਹੁਤ ਲਾਜ਼ਮੀ ਹੈ। ਫਿਰ ਹੀ ਸਾਨੂੰ ਉਸ ਫਲ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਸਕਦੀ ਹੈ। ਇਸ ਲਈ ਇਹ ਜਿਹੜੀ ਪੰਕਤੀ ਹੈ
ਤੇ ਇੱਕ ਮਹਾਂਪੁਰਖ ਬਾਬਾ ਸੰਗਤ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਰਹਿ ਗਈ, ਉਸ ਸੁਣਾ ਕੇ ਮੈਂ ਸਮਾਪਤੀ ਕਰਾਂਗਾ। ਉਹ ਚੀਜ਼ ਆਪਾਂ ਵੀ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਹ ਮਹਾਂਪੁਰਖ ਜਦੋਂ ਕਿਸੇ ਦੇ ਘਰੇ ਪ੍ਰਸ਼ਾਦਾ ਪਾਣੀ ਛਕਣ ਜਾਇਆ ਕਰਦੇ ਸੀ, ਉਹ ਕੀ ਕਰਦੇ ਸੀ ਕਿ ਜਦੋਂ ਮਾਤਾਵਾਂ ਭੈਣਾਂ ਨੇ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਮਹਾਂਪੁਰਖ ਕੀ ਕਰਦੇ ਸੀ ਕਿ ਇੱਕ ਪੰਕਤੀ ਸ੍ਰੀ ਸੁਖਮਨੀ ਸਾਹਿਬ ਦੀ ਸੁਣਾ ਦੇਣੀ। ਉਹ ਚਾਹੇ ਮਾਤਾ ਕੋਈ ਅਨਪੜ੍ਹ ਹੋਵੇ, ਆਪਾਂ ਦੇਖੋ ਸੰਸਾਰੀ ਗੱਲਾਂ ਆਪਾਂ ਨੂੰ ਕਿੰਨੀਆਂ ਯਾਦ ਰਹਿ ਜਾਂਦੀਆਂ। ਦੇਖੋ ਕੋਈ ਗੱਲ ਜਦੋਂ ਕਿਸੇ ਨੂੰ ਸੁਣਾਉਂਦਾ ਤੇ ਆਪਾਂ ਹੂਬਹੂ ਉੱਦਾਂ ਹੀ ਗੱਲ ਅਗਲੇ ਜਾਣੇ ਨੂੰ ਸੁਣਾ ਦਿੰਦੇ ਆ ਕਿ ਫਲਾਣੇ ਬੰਦੇ ਨੇ ਇਹ ਗੱਲ ਆਖੀ ਸੀ, ਇੱਕ ਵੀ ਸ਼ਬਦ ਘੱਟ ਵੱਧ ਨਹੀਂ ਹੋਣ ਦਿੰਦੇ। ਉਸੇ ਪ੍ਰਕਾਰ ਹੀ ਇਹ ਸਾਰੇ ਬਹਾਨੇ ਨੇ ਕਿ ਸਾਨੂੰ ਪੜ੍ਹਨਾ ਨਹੀਂ ਆਉਂਦਾ। ਪੁਰਾਣੇ ਜਿੰਨੀਆਂ ਵੀ ਮਾਤਾਵਾਂ ਹੋਈਆਂ ਨੇ ਉਹਨਾਂ ਨੇ ਕਦੇ ਵੀ ਪੰਜਾਬੀ ਪੜ੍ਹ ਕੇ ਨਹੀਂ ਵੇਖੀ, ਪਰ ਉਹਨਾਂ ਨੂੰ ਦੇਖੋ ਜਪਜੀ ਸਾਹਿਬ ਦਾ ਪਾਠ ਕੰਠ ਹੁੰਦਾ ਸੀ, ਚੌਪਈ ਸਾਹਿਬ ਦਾ ਪਾਠ ਕੰਠ ਹੁੰਦਾ ਸੀ। ਆਮ ਘਰੇਲੂ ਘਰਾਂ ਦੇ ਵਿੱਚ ਰਹਿਣ ਵਾਲੀਆਂ ਮਾਤਾਵਾਂ ਨੂੰ ਉਹਨਾਂ ਦੀ ਭਾਵਨਾ ਹੀ ਇੰਨੀ ਸੀ ਕਿ ਉਹ ਸੁਣ ਸੁਣ ਕੇ ਯਾਦ ਕਰ ਲੈਂਦੀਆਂ ਸੀ। ਤੇ ਇਸ ਲਈ ਆਪਣੇ ਬੱਚਿਆਂ ਨੂੰ ਆਖੋ ਕਿ ਮੈਨੂੰ ਰੋਜ਼ ਇੱਕ ਪੰਕਤੀ ਸੁਣਾ ਦਿਆ ਕਰ। ਇੱਕ ਪੰਕਤੀ ਸੁਣ ਕੇ ਉਸ ਨੂੰ ਦਿਨ ਵਿੱਚ ਜਦੋਂ ਵੀ ਸਮਾਂ ਲੱਗਦਾ ਹੈ, ਕੰਮਕਾਰ ਕਰਦਿਆਂ, ਪ੍ਰਸ਼ਾਦਾ ਪਕਾਉਂਦਿਆਂ, ਕੱਪੜੇ ਧੋਂਦਿਆਂ, ਝਾੜੂ ਪੋਚਾ ਕਰਦਿਆਂ ਹੋਇਆਂ, ਜਾਂ ਵੀਰ ਜਦੋਂ ਵੀ ਖੇਤਾਂ ਦਾ ਕੰਮ ਕਰਦਿਆਂ ਹੋਇਆਂ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਉਹ ਪੰਕਤੀ ਨੂੰ ਵਾਰ-ਵਾਰ ਰਟੀ ਜਾਓ। ਤੇ ਮਹਾਂਪੁਰਖ ਵੀ ਇੱਦਾਂ ਹੀ ਕਰਦੇ ਸੀ। ਉਹਨਾਂ ਨੇ ਇੱਕ ਪੰਕਤੀ ਕਿਸੇ ਮਾਤਾਵਾਂ ਨੂੰ ਆਖ ਦੇਣੀ ਤੇ ਮਾਤਾ ਨੇ ਸਾਰਾ ਦਿਨ ਉਹ ਪੰਕਤੀ ਪੜ੍ਹੀ ਜਾਣੀ। ਇੱਕ ਪੰਕਤੀ ਕਰਕੇ ਬਹੁਤ ਬਜ਼ੁਰਗ ਮਾਤਾਵਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੰਠ ਕਰ ਲਿਆ, ਯਾਦ ਕਰ ਲਿਆ ਸੀ। ਇਸ ਲਈ ਇਸ ਪ੍ਰਕਾਰ ਦੇ ਜਿਹੜੇ ਯਤਨ ਨੇ ਉਹ ਵੀ ਆਪਾਂ ਕਰਨ ਦਾ ਯਤਨ ਕਰਨਾ ਹੈ। ਇਸ ਦੇ ਨਾਲ ਸਾਡਾ ਜਿਹੜਾ ਇਹ ਲੋਕ ਸੁਖੀਆ ਔਰ ਪਰਲੋਕ ਸੁਹੇਲਾ ਹੋ ਸਕਦਾ ਹੈ। ਇਸ ਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਸਿੱਖਿਆ ਮਿਲਦੀ ਹੈ। ਇੱਕ ਆਮ ਕਰਕੇ ਅੱਜ ਦਾ ਸਮਾਂ ਇੱਦਾਂ ਦਾ ਹੈ, ਮਾਤਾ ਤੇ ਪਿਤਾ, ਮਾਂ ਵੀ ਕੇਸ ਕਟਾਉਂਦੀ ਹੈ ਤੇ ਪਿਤਾ ਵੀ ਮੋਨਾ ਹੈ, ਤੇ ਅਸੀਂ ਆਖਦੇ ਹਾਂ ਸਾਡੇ ਬੱਚੇ ਸਿੱਖ ਬਣ ਜਾਣ। ਇਹ ਕਦੇ ਨਹੀਂ ਹੋ ਸਕਦਾ। ਬੱਚਾ ਜਦੋਂ ਵੱਡਾ ਹੋਵੇਗਾ 10 ਸਾਲ 15 ਸਾਲ, ਕਿਉਂਕਿ ਆਪਾਂ ਇਹ ਗੱਲ ਕਈ ਵਾਰ ਵਿਚਾਰੀ ਹੈ ਕਿ ਸੰਗਤ ਸਾਡੇ ਉੱਪਰ ਬਹੁਤ ਅਸਰ ਪਾਉਂਦੀ ਹੈ। ਜੇ ਸਾਡੇ ਆਲੇ ਦੁਆਲੇ ਮਾਹੌਲ ਇੱਦਾਂ ਦਾ ਹੈ ਜਿੱਥੇ ਕੇਸ ਕਟਾਏ ਜਾਂਦੇ ਆ, ਜਿੱਥੇ ਚਾਹ ਬਾਅਦ 'ਚੋਂ ਪੀਤੀ ਜਾਂਦੀ ਹੈ, ਪਹਿਲਾਂ ਦਾਰੂ ਦੀ ਬੋਤਲ ਖੁੱਲ੍ਹਦੀ ਆ, ਉਸ ਘਰ ਦੇ ਅੰਦਰ ਬੱਚਾ ਕਦੇ ਵੀ ਗੁਰਸਿੱਖ ਨਹੀਂ ਬਣ ਸਕਦਾ। ਜੇ ਬਣ ਵੀ ਗਿਆ ਤੇ ਜਦੋਂ ਵੱਡਾ ਹੋਵੇਗਾ ਫਿਰ ਕੇਸ ਕਤਲ ਕਰਾਵੇਗਾ। ਇਸ ਲਈ ਜੇ ਆਪਾਂ ਸੋਚਦੇ ਹਾਂ ਕਿ ਸਾਡੇ ਬੱਚੇ ਕੇਸਾਧਾਰੀ ਹੋਣ, ਗੁਰਸਿੱਖੀ ਦੇ ਨਾਲ ਜੁੜਨ, ਤੇ ਜਿਹੜੀਆਂ ਮਾਤਾਵਾਂ ਭੈਣਾਂ ਨੇ ਉਹ ਸੰਸਾਰੀ ਫੈਸ਼ਨਾਂ ਨੂੰ ਛੱਡ ਕੇ ਆਪਣੇ ਘਰ ਪਰਤ ਆਈਏ, ਕਿਉਂਕਿ ਜਿਹੜੀ ਸਾਦਗੀ ਹੈ ਇਸ ਤੋਂ ਵੱਧ ਕੋਈ ਵੀ ਸੁੰਦਰਤਾ ਨਹੀਂ। ਤੇ ਸਾਰੇ ਜਿਹੜੇ ਵੀਰ ਬਜ਼ੁਰਗ ਨੇ, ਜਿਹੜੇ ਛੋਟੇ ਬੱਚੇ ਨੇ, ਉਹਨਾਂ ਨੂੰ ਕੇਸ ਰਖਾਉਣ ਦੇ ਵਿੱਚ ਆਪਾਂ ਯਤਨਸ਼ੀਲ ਰਹੀਏ। ਆ ਜਿਹੜਾ ਭੁਜੰਗੀ ਆਇਆ ਹੈ ਇਹਨੇ ਵੀ ਕੇਸ ਰੱਖਣੇ ਸ਼ੁਰੂ ਕੀਤੇ ਨੇ, ਤੇ ਇਹ ਕੇਸ ਹਮੇਸ਼ਾ ਤਾਂ ਰੱਖ ਸਕਦਾ ਜੇ ਇਸ ਨੂੰ ਉਸ ਤਰ੍ਹਾਂ ਦਾ ਮਾਹੌਲ ਬਣੇ। ਜੇ ਇਹਦੇ ਮਾਤਾ ਪਿਤਾ ਮੋਨੇ ਨੇ ਤੇ ਕਦੇ ਨਾ ਕਦੇ ਵੱਡਾ ਹੋ ਕੇ ਇਹਦੇ ਵੀ ਮਨ ਵਿੱਚ ਆਉਣਾ ਕਿ ਮੇਰੇ ਤੇ ਪਿਓ ਨੇ ਕੇਸ ਕਟਾਏ ਨੇ, ਮੈਂ ਕਿਉਂ ਰੱਖਾਂ। ਇਸ ਲਈ ਆਪਾਂ
ਬਹੁਤ ਤਰ੍ਹਾਂ ਦੀਆਂ ਹੋਰ ਕਮਾਈਆਂ ਕਰ ਲਈਆਂ ਨੇ, ਪੈਸਾ ਵੀ ਕਮਾ ਲਿਆ ਹੈ, ਸਭ ਕੁਝ ਕਰ ਲਿਆ ਹੈ। ਹੁਣ ਗੁਰਸਿੱਖੀ ਵੱਲ ਵੀ ਧਿਆਨ ਦੇਈਏ, ਕਿਉਂਕਿ ਜੇ ਆਪਣਾ ਘਰ ਲੁੱਟਿਆ ਜਾ ਰਿਹਾ ਹੋਵੇ ਤੇ ਆਪਾਂ ਖੇਤ ਜਾ ਕੇ ਪਾਣੀ ਨਹੀਂ ਮੋੜਦੇ, ਪਹਿਲਾਂ ਆਪਾਂ ਘਰ ਦੀਆਂ ਵਸਤੂਆਂ ਦੀ ਸੰਭਾਲ ਕਰਦੇ ਹਾਂ। ਤੇ ਇਸ ਲਈ ਜਿਹੜੀ ਆਪਣੇ ਘਰ ਦੀ ਚੀਜ਼ ਹੈ ਗੁਰਸਿੱਖੀ, ਤੇ ਉਸ ਦਾ ਜਿਹੜਾ ਮੁੱਢਲਾ ਨਿਯਮ ਹੈ ਕੇਸ, ਉਸ ਨੂੰ ਵੀ ਆਪਾਂ ਸੰਭਾਲ ਕਰੀਏ। ਬਾਬਾ ਕਰਮਜੀਤ ਸਿੰਘ ਜੀ ਵੀ ਆਪ ਜੀ ਨੂੰ ਬਹੁਤ ਲੰਬੇ ਸਮੇਂ ਤੋਂ ਬੇਨਤੀ ਕਰਦੇ ਆ ਰਹੇ ਨੇ ਕਿ ਘਰਾਂ ਦੇ ਅੰਦਰ ਗੁਰਬਾਣੀ ਪੜ੍ਹੋ, ਕੇਸ ਰੱਖੋ, ਤੇ ਇਹਨੂੰ ਆਪਾਂ ਹੁਣ ਮੰਨਣ ਦਾ ਵੀ ਯਤਨ ਕਰੀਏ। ਸੋ ਇਸ ਦੇ ਨਾਲ ਹੀ ਅਸੀਂ ਗੁਰੂ ਕੇ ਸੱਚੇ ਸੁੱਚੇ ਸਿੱਖ ਅਖਵਾ ਸਕਦੇ ਹਾਂ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰ ਸਾਹਿਬਾਨ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਫਤਿਹ ਬੁਲਾ ਕੇ ਅਰਦਾਸ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।